ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਨ ਅਨੇਕ ਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਡੋਲਣ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਜੁਗੋ ਜੁਗ ਅਟਲ, ਚਬਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਇਮਾਨ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀਓ। ਸਤਿਗੁਰਾਂ ਨੇ ਬਹੁਤ ਪਿਆਰੀ ਫਤਿਹ ਸਾਨੂੰ ਬਖਸ਼ੀ ਹੈ। ਆਓ ਸਾਰੇ ਫਤਿਹ ਵਿੱਚ ਹਾਜ਼ਰੀ ਭਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਰਹਿਮਤ ਦੇ ਸਦਕਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਵਿਚਾਰ ਚੱਲ ਰਹੀ ਹੈ। ਹਜੇ ਤੱਕ ਆਪਾਂ ਸੋਦਰ ਰਹਿਰਾ ਸਾਹਿਬ ਜੀ ਦੀ ਬਾਣੀ ਦੇ ਅੰਦਰ ਜਿੰਨੇ ਸ਼ਬਦ ਆਉਂਦੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਾਣੀ ਦੇ ਅੰਦਰ, ਉੱਥੋਂ ਤੱਕ ਵਿਚਾਰ ਕਰ ਚੁੱਕੇ ਹਾਂ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸਰਣ ਭਰੇ ਕੀ ਰੱਖੋ ਸਰਮਾ। ਇੱਥੋਂ ਤੱਕ ਵਿਚਾਰ ਕੀਤੀ ਹੈ। ਇਸ ਤੋਂ ਬਾਅਦ ਸੋਹਿਲਾ ਸਾਹਿਬ ਦੀ ਬਾਣੀ ਪ੍ਰਾਰੰਭ ਹੁੰਦੀ ਹੈ ਔਰ ਅੱਜ ਇਸ ਬਾਣੀ ਦੀ ਜਿਹੜੀ ਵਿਆਖਿਆ ਆਪਾਂ ਪ੍ਰਾਰੰਭ ਕਰਨੀ ਹੈ ਸਤ ਸੰਗਤ ਤੋਂ। ਆਓ ਜਿੰਨੇ ਵੀ ਆਪਾਂ ਜੁੜ ਬੈਠੇ ਹਾਂ, ਜਿਹੜੇ ਸੋਸ਼ਲ ਮੀਡੀਆ ਦੇ ਰਾਹੀਂ ਵੀ ਇਸ ਵਿਚਾਰ ਨੂੰ ਸਰਵਣ ਕਰ ਰਹੇ ਨੇ, ਆਓ ਸੁਰਤ ਸਤਿਗੁਰਾਂ ਦੇ ਚਰਨਾਂ 'ਤੇ ਜੋੜੀਏ ਔਰ ਰਸਨਾ ਨੂੰ ਪਵਿੱਤਰ ਕਰੀਏ, ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਸੋ ਇੱਥੋਂ ਸੋਹਿਲਾ ਸਾਹਿਬ ਦੀ ਬਾਣੀ ਪ੍ਰਾਰੰਭ ਹੁੰਦੀ ਹੈ ਔਰ ਇਸ ਬਾਣੀ ਦੀ ਪ੍ਰਾਰੰਭਤਾ ਤੋਂ ਪਹਿਲਾਂ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਇਸ ਬਾਣੀ ਦਾ ਸਿਰਲੇਖ ਦਿੱਤਾ ਹੈ ਸੋਹਿਲਾ। ਇਹ ਸ਼ਬਦ ਜਿਹੜਾ ਪਹਿਲਾ ਆਉਂਦਾ ਹੈ ਇਹ ਗੁਰੂ ਨਾਨਕ ਸਾਹਿਬ ਜੀ ਦਾ ਹੈ ਗੌੜੀ ਦੀਪਕੀ ਰਾਗ ਦੇ ਅੰਦਰ। ਇੱਥੇ ਆਰੰਭ ਦੇ ਵਿੱਚ ਮੈਂ ਕੁਝ ਬੇਨਤੀਆਂ ਆਪ ਜੀ ਦੇ ਚਰਨਾਂ 'ਤੇ ਕਰਾਂ ਸਤ ਸੰਗਤ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵੇਲੇ ਤੋਂ ਹੀ ਇਹ ਸੋਹਿਲਾ ਸਾਹਿਬ ਦੀ ਬਾਣੀ ਸਿੱਖਾਂ ਦਾ ਨਿਤਨੇਮ ਹੋਇਆ ਕਰਦੀ ਸੀ। ਪਰ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ 3 ਸ਼ਬਦ ਹੁੰਦੇ ਸੀ। ਆਪਾਂ ਜਾਣਦੇ ਹਾਂ ਵੀ ਇਸ ਬਾਣੀ ਦੇ ਪਹਿਲੇ 3 ਸ਼ਬਦ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਜਦੋਂ ਇਹ ਬਾਣੀ ਪੜ੍ਹੀ ਜਾਂਦੀ ਸੀ, ਇਹ 3 ਸ਼ਬਦ ਹੀ ਪੜ੍ਹੇ ਜਾਂਦੇ ਸੀ। ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ 2 ਹੋਰ ਸ਼ਬਦ ਸੰਮਿਲਿਤ ਕਰਕੇ ਇਹ 5 ਸ਼ਬਦਾਂ ਦੀ ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਕੀਤੀ ਹੈ। ਤਾਂ ਗੁਰੂ ਨਾਨਕ ਸਾਹਿਬ ਦੇ ਵੇਲੇ ਇਹ 3 ਸ਼ਬਦ ਪੜ੍ਹੇ ਜਾਂਦੇ ਸੀ। ਬਾਅਦ ਵਿੱਚ ਫਿਰ ਜਦੋਂ ਗੁਰੂ ਅਰਜਨ ਸਾਹਿਬ ਜੀ ਨੇ 2 ਹੋਰ ਸ਼ਬਦ ਦਰਜ ਕੀਤੇ, ਫਿਰ 5 ਸ਼ਬਦਾਂ ਦੀ ਇਹ ਬਾਣੀ ਪ੍ਰਚਲਿਤ ਹੋਈ। ਔਰ ਜਨਮ ਸਾਖੀਆਂ ਦੇ ਵਿੱਚ ਇਸ ਬਾਣੀ ਦੇ ਬਾਬਤ ਇੱਕ ਸਾਖੀ ਵੀ ਆਉਂਦੀ ਹੈ, ਜਿਹੜੀ ਮੈਂ ਆਪ ਜੀ ਦੇ ਚਰਨਾਂ 'ਤੇ ਸਾਂਝੀ ਤਾਂ ਕਰਾਂਗਾ। ਪਰ ਇੱਕ ਇਹ ਬੇਨਤੀ ਆ ਵੀ ਕੁਝ ਸਾਖੀਆਂ ਦੇ ਵਿੱਚੋਂ ਆਪਾਂ ਕੁਝ ਸਿਧਾਂਤ ਸਮਝਣੇ ਹੁੰਦੇ ਆ। ਉਹ ਸਿੰਬੋਲਿਕ ਸਾਖੀਆਂ ਹੁੰਦੀਆਂ। ਜਿਵੇਂ ਸੋਹਿਲਾ ਸਾਹਿਬ ਦੇ ਸੰਬੰਧ ਵਿੱਚ ਜਿਹੜੀ ਸਾਖੀ ਆਉਂਦੀ ਹੈ, ਇਹਦੇ ਵਿੱਚੋਂ ਵੀ ਅਸੀਂ ਕਈ ਭਾਵ ਸਮਝਣੇ ਹਨ ਸਤ ਸੰਗਤ। ਕਈ ਵਾਰੀ ਕੁਝ ਚੀਜ਼ਾਂ ਨੂੰ ਲਿਟਰਲੀ ਨਹੀਂ ਲੈਣਾ ਹੁੰਦਾ। ਕਹਿੰਦੇ ਨੇ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਰਹਿਮਤਾਂ ਵਰਸਾ ਰਹੇ ਆ ਔਰ ਭਾਈ ਸਾਹਿਬ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਵਿੱਚ ਜੁੜੇ ਆ। ਜਿਹੜੇ ਭਾਈ ਲਹਿਣਾ ਜੀ ਅੱਗੇ ਜਾ ਕੇ ਗੁਰੂ ਅੰਗਦ ਸਾਹਿਬ ਬਣੇ। ਭਾਈ ਲਹਿਣਾ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਵਿੱਚ ਜੁੜੇ ਆ। ਅਤੇ ਇੱਕ ਦਿਨ ਕੀ ਦੇਖਦੇ ਆ ਵੀ ਗੁਰੂ ਨਾਨਕ ਸਾਹਿਬ ਜੀ ਦੇ ਪੈਰਾਂ ਦੇ ਵਿੱਚੋਂ ਖੂਨ ਨਿਕਲਣ ਲੱਗ ਪਿਆ। ਭਾਈ ਲਹਿਣਾ ਜੀ ਕਹਿਣ ਲੱਗੇ, ਪਾਤਸ਼ਾਹ ਇਹ ਕੀ ਕੌਤਕ ਹੈ, ਇੱਥੇ ਬੈਠਿਆਂ ਹੀ ਤੁਹਾਡੇ ਪੈਰਾਂ ਦੇ ਵਿੱਚੋਂ ਖੂਨ ਇਸ ਤਰ੍ਹਾਂ ਕਿਉਂ? ਅਤੇ ਗੁਰੂ ਨਾਨਕ ਸਾਹਿਬ ਜੀ ਨੇ ਉਸ ਵਕਤ ਫਿਰ ਇਹ ਬਚਨ ਕੀਤਾ, ਕਹਿਣ ਲੱਗੇ ਕਿ ਇਹ ਗੱਲ ਯਾਦ ਰੱਖਿਓ, ਜਿਹੜੀ ਆਹ ਸੋਹਿਲਾ ਸਾਹਿਬ ਦੀ ਬਾਣੀ ਹੈ ਨਾ, ਜਿਹੜਾ ਵੀ ਸਿੱਖ ਇਸ ਬਾਣੀ ਦਾ ਪਾਠ ਕਰਦਾ ਹੈ, ਅਸੀਂ ਉਹਦੇ ਲਾਗੇ ਪਹੁੰਚ ਜਾਂਦੇ ਹਾਂ।
ਇਹ ਬਾਣੀ ਬਹੁਤ ਨੇੜੇ ਆ ਸਾਡੇ। ਜਿਹੜਾ ਵੀ ਇਹਦਾ ਪਾਠ ਕਰਦਾ ਉਹਦੇ ਅਸੀਂ ਲਾਗੇ ਪਹੁੰਚ ਜਾਂਦੇ ਹਾਂ। ਲਾਹੌਰ ਦਾ ਇੱਕ ਸਿੱਖ ਬੱਕਰੀਆਂ ਚਾਰ ਰਿਹਾ, ਭੇਡਾਂ ਚਾਰ ਰਿਹਾ, ਔਰ ਉਹ ਚਾਰਦਾ ਬਾਣੀ ਪੜ੍ਹ ਰਿਹਾ ਹੈ, ਔਰ ਅਸੀਂ ਉਹ ਬਾਣੀ ਸੁਣਨ ਦੇ ਵਾਸਤੇ ਫਿਰ ਉਹਦੇ ਪਿੱਛੇ ਪਿੱਛੇ ਭੱਜ ਰਹੇ ਹਾਂ, ਔਰ ਪਿੱਛੇ ਪਿੱਛੇ ਭੱਜਦਿਆਂ ਪੈਰਾਂ ਦੇ ਵਿੱਚ ਕੰਡੇ ਚੁੱਭਦੇ ਆ ਅਤੇ ਖੂਨ ਨਿਕਲਦਾ ਹੈ। ਅਤੇ ਉਸ ਵਕਤ ਜੋ ਜਨਮ ਸਾਖੀਆਂ ਦੇ ਵਿੱਚ ਲਿਖਿਆ, ਭਾਈ ਲਹਿਣਾ ਜੀ ਨੇ ਫਿਰ ਬੇਨਤੀ ਕੀਤੀ, ਪਾਤਸ਼ਾਹ ਫਿਰ ਸਿੱਖ ਤੁਰਦਿਆਂ ਫਿਰਦਿਆਂ ਵੀ ਇਹ ਬਾਣੀ ਪੜ੍ਹ ਲੈਂਦੇ ਹੈ, ਤੁਸੀਂ ਇਹ ਰਹਿਮਤ ਕਰੋ ਕਿ ਕਿਉਂ ਨਾ ਇਹ ਬਾਣੀ ਜਿਹੜੀ ਹੈ ਫਿਰ ਸੌਣ ਤੋਂ ਪਹਿਲਾਂ ਪੜ੍ਹੀ ਜਾਵੇ, ਤਾਂ ਕਿ ਸਿੱਖ ਟਿਕ ਕੇ ਇਸ ਬਾਣੀ ਦਾ ਪਾਠ ਕਰਿਆ ਕਰੇ। ਔਰ ਉਸ ਵਕਤ ਪਹਿਲਾਂ ਇਹ ਬਾਣੀ ਹੋਰ ਸਮੇਂ ਪੜ੍ਹੀ ਜਾਂਦੀ ਸੀ, ਪਰ ਉਸ ਸਮੇਂ ਤੋਂ ਬਾਅਦ ਫਿਰ ਇਹ ਬਾਣੀ ਸੌਣ ਤੋਂ ਪਹਿਲਾਂ ਜਿਹੜੀ ਹੈ ਪੜ੍ਹੀ ਜਾਣ ਲੱਗ ਪਈ। ਇਹ ਸਾਖੀ ਜਿਹੜੀ ਜਨਮ ਸਾਖੀਆਂ ਵਿੱਚ ਆਉਂਦੀ ਹੈ, ਪਰ ਇਹਦੇ ਵਿੱਚੋਂ ਹੁਣ ਆਪਾਂ ਸਿੱਖਣਾ ਕੀ ਹੈ, ਸਮਝਣਾ ਕੀ ਹੈ ਸਾਧ ਸੰਗਤ, ਕਿਉਂਕਿ ਕੁਝ ਸਾਖੀਆਂ ਦੇ ਵਿੱਚੋਂ ਸਾਨੂੰ ਭਾਵ ਵੀ ਸਮਝਣੇ ਲੋੜੀਂਦੇ ਹੁੰਦੇ ਨੇ ਸਾਧ ਸੰਗਤ। ਹੁਣ ਇਹਦੇ ਵਿੱਚ ਪਹਿਲੀ ਗੱਲ ਤਾਂ ਸਾਨੂੰ ਇਹ ਸਮਝਣੀ ਪੈਣੀ ਹੈ ਵੀ ਇਸ ਜੋ ਜਨਮ ਸਾਖੀ ਦੇ ਵਿੱਚੋਂ ਜਿਹੜਾ ਭਾਵ ਲੈਣਾ ਹੈ, ਪਹਿਲੇ ਨੰਬਰ 'ਤੇ ਇਹ ਆ ਵੀ ਸੋਹਲਾ ਸਾਹਿਬ ਦੀ ਬਾਣੀ ਜਿਹੜੀ ਹੈ ਉਹ ਅਸੀਂ ਸੌਣ ਤੋਂ ਪਹਿਲਾਂ ਪੜ੍ਹਨੀ ਹੈ, ਸੌਣ ਤੋਂ ਪਹਿਲਾਂ। ਨੰਬਰ 2 'ਤੇ ਅਸੀਂ ਜਿੰਨਾ ਹੋ ਸਕੀਏ ਟਿਕ ਕੇ ਪੜ੍ਹਨੀ ਹੈ, ਕਿਉਂਕਿ ਇਹਦਾ ਇਹ ਮਤਲਬ ਨਹੀਂ ਵੀ ਹੁਣ ਅਸੀਂ ਹੋਰ ਵਕਤੇ ਸ਼ਬਦ ਨਹੀਂ ਪੜ੍ਹ ਸਕਦੇ, ਜਦੋਂ ਮਰਜ਼ੀ ਸ਼ਬਦ ਪੜ੍ਹੋ, ਪਰ ਜਦੋਂ ਅਸੀਂ ਨਿਤਨੇਮ ਦੇ ਰੂਪ ਵਿੱਚ ਇਹ ਬਾਣੀ ਪੜ੍ਹਨੀ ਆ ਸੌਣ ਤੋਂ ਪਹਿਲਾਂ ਹੀ ਪੜ੍ਹਨੀ ਹੈ। ਜਿਵੇਂ ਹੁਣ ਜਪਜੀ ਸਾਹਿਬ ਆਪਾਂ ਜਦੋਂ ਮਰਜ਼ੀ ਪੜ੍ਹ ਸਕਦੇ ਹਾਂ, ਜਿਹੜੇ ਮਰਜ਼ੀ ਸਮੇਂ 'ਤੇ ਪਾਠ ਕਰੀਏ, ਪਰ ਜਿਹੜਾ ਹੁਕਮ ਨਿਤਨੇਮ ਦੇ ਰੂਪ ਦੇ ਵਿੱਚ ਦਿੱਤਾ ਹੈ ਫਿਰ ਅੰਮ੍ਰਿਤ ਵੇਲੇ ਤਾਂ ਪੜ੍ਹਨਾ ਜ਼ਰੂਰੀ ਹੈ। ਅੰਮ੍ਰਿਤ ਵੇਲੇ ਤੋਂ ਇਲਾਵਾ ਜਦੋਂ ਮਰਜ਼ੀ ਪੜ੍ਹੋ, ਮਤਲਬ ਅੰਮ੍ਰਿਤ ਵੇਲੇ ਉਹ ਬਾਣੀ ਦਾ ਪਾਠ ਕਰਕੇ ਉਸ ਤੋਂ ਬਾਅਦ ਜਿੰਨੀ ਵਾਰੀ ਮਰਜ਼ੀ ਕਰੋ, ਜਿਹੜੇ ਵਕਤ ਮਰਜ਼ੀ ਕਰੋ ਜਪਜੀ ਸਾਹਿਬ ਦਾ ਪਾਠ। ਇਸੇ ਪ੍ਰਕਾਰ ਜਿਹੜਾ ਨਿਤਨੇਮ ਰੂਪ ਦੇ ਵਿੱਚ ਹੁਕਮ ਹੈ, ਮਹਾਰਾਜ ਨੇ ਉਹ ਸੋਹਲਾ ਸਾਹਿਬ ਦੇ ਵਿੱਚ ਕੀ ਇਹ ਦਿੱਤਾ ਹੈ ਵੀ ਅਸੀਂ ਸੌਣ ਤੋਂ ਪਹਿਲਾਂ ਕਰਨਾ ਹੈ, ਉਹਦੇ ਤੋਂ ਇਲਾਵਾ ਇਹ ਸ਼ਬਦ ਜਦੋਂ ਮਰਜ਼ੀ ਅਸੀਂ ਜਾਪ ਕਰਦੇ ਰਹੀਏ। ਤੋ ਇਹਦੇ ਵਿੱਚੋਂ ਇੱਕ ਗੱਲ ਤਾਂ ਇਹ ਸਿੱਖਣੀ ਹੈ ਵੀ ਜਦੋਂ ਵੀ ਇਹ ਨਿਤਨੇਮ ਰੂਪ ਦੇ ਵਿੱਚ ਸੌਣ ਤੋਂ ਪਹਿਲਾਂ ਬਾਣੀ ਪੜ੍ਹਨੀ ਆ, ਟਿਕ ਕੇ ਪੜ੍ਹੀ ਜਾਵੇ, ਕਿਉਂਕਿ ਉੱਥੇ ਟਿਕਾਓ ਦੀ ਵੀ ਇੱਕ ਸਿਧਾਂਤ ਨਿਕਲਦਾ ਪਿਆ ਹੈ ਨਾ। ਇਹ ਵੀ ਹੁਣ ਆਪਾਂ ਵਿਚਾਰਾਂਗੇ ਵੀ ਇਹ ਗੱਲਾਂ ਕਿਉਂ ਸਿੱਖਣੀਆਂ ਆਪਾਂ ਇਹਦੇ ਵਿੱਚੋਂ। ਅਤੇ ਫਿਰ ਤੀਜੀ ਗੱਲ ਇਸ ਸਾਖੀ ਦੇ ਵਿੱਚੋਂ ਸਮਝ ਪੈਂਦੀ ਹੈ ਵੀ ਜਦੋਂ ਇਹ ਬਾਣੀ ਦਾ ਪਾਠ ਕਰਦੇ ਹਾਂ ਅਤੇ ਗੁਰੂ ਨਾਨਕ ਸਾਹਿਬ ਜੀ ਲਾਗੇ ਹੋ ਕੇ ਸੁਣਦੇ ਹੈ। ਹੁਣ ਇਹ ਗੱਲਾਂ ਕਿਉਂ ਸਿੱਖਣੀਆਂ ਜ਼ਰੂਰੀ ਹੈ? ਸਭ ਤੋਂ ਪਹਿਲਾਂ ਸਾਧ ਸੰਗਤ ਸੌਣ ਤੋਂ ਪਹਿਲਾਂ ਇਹ ਬਾਣੀ ਪੜ੍ਹਨੀ ਜ਼ਰੂਰੀ ਹੈ, ਕਿਉਂਕਿ ਇਹ ਗੱਲ ਯਾਦ ਰੱਖਿਓ, ਸਿੱਖ ਨੂੰ ਅੰਮ੍ਰਿਤ ਵੇਲੇ ਦਾ ਨਿਤਨੇਮ ਮਹਾਰਾਜ ਨੇ ਬਖਸ਼ਿਆ ਹੈ, ਸੰਧਿਆ ਵੇਲੇ ਦਾ ਬਖਸ਼ਿਆ ਹੈ। ਇਸੇ ਪ੍ਰਕਾਰ ਮਹਾਰਾਜ ਨੇ ਸੌਣ ਤੋਂ ਪਹਿਲਾਂ ਇਹ ਬਾਣੀ ਬਖਸ਼ੀ ਹੈ, ਕਿਉਂਕਿ ਸਾਧ ਸੰਗਤ ਇਹ ਅੱਜ ਤਾਂ ਇਹ ਵੱਡੇ ਵਿਦਵਾਨ ਵੀ ਇਹ ਗੱਲ, ਸਾਇੰਸਦਾਨ ਵੀ ਇਹ ਗੱਲ ਮੰਨ ਚੁੱਕੇ ਹੈ ਕਿ ਸੌਣ ਤੋਂ ਪਹਿਲਾਂ ਜਿਹੜੀ ਪ੍ਰਕਿਰਿਆ ਅਸੀਂ ਜੁੜ ਕੇ ਕਰਦੇ ਹਾਂ, ਫਿਰ ਸਾਰੀ ਰਾਤ ਉਹੀ ਕੁਝ ਸਾਡੇ ਮਨ ਦੇ ਅੰਦਰ ਚੱਲਦਾ ਰਹਿੰਦਾ ਹੈ। ਕਿਉਂਕਿ ਜਦੋਂ ਮਨੁੱਖ ਸੌਂ ਜਾਂਦਾ ਹੈ ਉਹਦੇ ਇੰਦਰੇ ਸੁਚੇਤ ਨਹੀਂ ਹੁੰਦੇ, ਅੱਖਾਂ ਇਹਦੀਆਂ ਬੰਦ ਆ, ਕੰਨ ਸੁਚੇਤ ਨਹੀਂ ਹੈਗੇ, ਜ਼ੁਬਾਨ ਇਹਦੀ ਸੁਚੇਤ ਨਹੀਂ ਹੈਗੀ, ਇੰਦਰੇ ਇੰਨੇ ਸੁਚੇਤ ਨਹੀਂ ਹੁੰਦੇ। ਇਹਦਾ ਮਤਲਬ ਵੀ ਮਨ ਦੇ ਵਿੱਚ ਹੁਣ ਕੁਝ ਨਵਾਂ ਨਹੀਂ ਜਾ ਰਿਹਾ, ਕਿਉਂਕਿ ਮਨ ਦੇ ਵਿੱਚ ਜੋ ਵੀ ਕੁਝ ਜਾ ਰਿਹਾ, ਅੱਖਾਂ ਰਾਹੀਂ ਜਾ ਰਿਹਾ, ਕੰਨ ਰਾਹੀਂ ਜਾ ਰਿਹਾ ਜਾਂ ਇੰਦਰੀਆਂ ਰਾਹੀਂ ਜਾ ਰਿਹਾ ਹੈ ਨਾ, ਸੁੱਤੇ ਹੋਏ ਦੇ ਇੰਦਰੇ ਸੁਚੇਤ ਨਹੀਂ ਹੈਗੇ। ਇਹਦਾ ਮਤਲਬ ਵੀ ਹੁਣ ਕੁਛ ਨਵਾਂ ਮਨ ਦੇ ਅੰਦਰ ਨਹੀਂ ਜਾਣਾ, ਪਰ ਉਹ ਕੁਛ ਹੀ ਵਾਰ-ਵਾਰ ਘੁੰਮੀ ਜਾਊਗਾ ਜੋ ਕੁਝ ਅਸੀਂ ਸੌਣ ਤੋਂ ਪਹਿਲਾਂ ਅੰਦਰ ਲੈ ਗਏ ਸੀ। ਇਸ ਕਰਕੇ ਜਿਹੜੇ ਸੌਣ ਤੋਂ ਪਹਿਲਾਂ ਜਿਹੋ ਜਿਹੇ ਵਿਚਾਰ ਪੜ੍ਹ ਕੇ, ਸੁਣ ਕੇ ਜਾਂ ਜਿਹੋ ਜਿਹੇ ਮਾਹੌਲ 'ਚ ਵਿਚਰ ਕੇ ਸੌਂਦੇ ਆ, ਫਿਰ ਸਾਰੀ ਰਾਤ ਉਹੀ ਕੁਝ ਬੰਦੇ ਦੇ ਮਨ ਦੇ ਵਿੱਚ ਚੱਲਦਾ। ਕਈ ਵਾਰੀ ਦੇਖਦੇ ਆ ਬੱਚੇ ਡਰਾਵਣੀਆਂ ਫਿਲਮਾਂ ਦੇਖ ਕੇ ਸੌਂਦੇ ਆ ਅਤੇ ਰਾਤ ਨੂੰ ਵੀ ਫਿਰ ਉਹ ਸੁਪਨਿਆਂ ਵਿੱਚ ਡਰਦੇ ਰਹਿੰਦੇ ਆ। ਕਈ ਵਾਰੀ ਜਿਹੜੀ ਚੀਜ਼ ਅਸੀਂ ਰਾਤ ਨੂੰ ਕਰਕੇ ਸੋਈਏ ਉਹੀ ਚੀਜ਼ ਫਿਰ ਰਾਤ ਨੂੰ ਸੁਪਨੇ ਦਾ ਰੂਪ ਲੈ ਕੇ ਦਿਮਾਗ ਦੇ ਵਿੱਚ ਘੁੰਮਦੀ ਰਹਿੰਦੀ ਹੈ। ਇਸ ਕਰਕੇ ਮਹਾਰਾਜ ਨੇ ਕਿਹਾ, ਭਾਈ ਸੌਣ ਤੋਂ ਪਹਿਲਾਂ ਸੋਹਿਲਾ ਸਾਹਿਬ ਦੀ ਬਾਣੀ ਪੜ੍ਹੋ, ਜਿਸ ਸੋਹਿਲਾ ਸਾਹਿਬ ਦੇ ਵਿੱਚ ਪਰਮਾਤਮਾ ਦਾ ਜਸ ਹੀ ਗਾਇਆ ਜਾ ਰਿਹਾ ਹੈ। ਔਰ ਜਦੋਂ ਪਰਮਾਤਮਾ ਦਾ ਜਸ ਗਾ ਕੇ ਪਰਮਾਤਮਾ ਦੀ ਕੀਰਤੀ ਕਰਕੇ ਤੂੰ ਸੌਏਗਾ ਨਾ, ਫਿਰ ਰਾਤ ਨੂੰ ਵੀ ਤੇਰੇ ਅੰਦਰ ਉਹ ਪਰਮਾਤਮਾ ਦਾ ਜਸ ਹੀ ਚੱਲਿਆ ਜਾਵੇਗਾ। ਸਾਰੀ ਰਾਤ ਤੇਰੇ ਅੰਦਰ ਪਰਮਾਤਮਾ ਦਾ ਜਸ ਚੱਲੇਗਾ ਅਤੇ ਤੇਰਾ ਘੱਟੋ ਘੱਟ ਉਹ ਸਮਾਂ ਤਾਂ ਲਾਹੇਵੰਦ ਹੋ ਗਿਆ ਨਾ। ਤੋ ਇੱਥੋਂ ਫਿਰ ਦੂਜੀ ਗੱਲ ਵੀ ਸਮਝ ਪੈ ਜਾਂਦੀ ਆ, ਇਹਦਾ ਮਤਲਬ ਵੀ ਸੁੱਤਿਆਂ ਵੀ ਸਤਿਗੁਰੂ ਜੀ ਫਿਰ ਤੇਰੇ ਅੰਗ ਸੰਗ ਰਹਿੰਦੇ ਆ। ਤੋ ਇਹਦਾ ਭਾਵ ਇਹੀ ਨਿਕਲਿਆ ਨਾ ਕਿ ਸੋਲਾ ਸਭ ਕਰਕੇ ਸੁੱਤੇ ਆ, ਸਾਰੀ ਰਾਤ ਗੁਰੂ ਦੀ ਯਾਦ ਹੀ ਚੱਲੀ ਹੈ, ਗੁਰੂ ਦੀ ਯਾਦ ਹੀ ਚੱਲੀ ਹੈ, ਅਤੇ ਗੁਰੂ ਦੀ ਯਾਦ ਹੋਣਾ ਹੀ ਗੁਰੂ ਦਾ ਅੰਗ ਸੰਗ ਹੋਣਾ ਹੈ ਸਾਧ ਸੰਗਤ। ਔਰ
ਤੀਜੀ ਗੱਲ ਜਿਹੜੀ ਆਪਾਂ ਇਸ ਸਾਖੀ ਵਿੱਚੋਂ ਸਮਝੀ ਵੀ ਟਿਕ ਕੇ ਪੜ੍ਹਨੀ ਬਾਣੀ। ਤੋ ਇਸ ਕਰਕੇ ਇਹ ਨਹੀਂ ਵੀ ਅਸੀਂ ਐਵੇਂ ਉਖੜੇ ਜੇ ਮਨ ਨਾਲ ਪੜ੍ਹ ਕੇ ਸੌਂ ਜਾਈਏ। ਕਈ ਵਾਰੀ ਉਖੜੇ ਜੇ ਮਨ ਦੇ ਨਾਲ ਪੜ੍ਹ ਕੇ ਸੌਂਦੇ ਹਾਂ, ਕਈ ਵਾਰੀ ਨਹੀਂ ਚੱਲਦੀ ਉਹ ਚੀਜ਼ ਰਾਤ ਨੂੰ। ਆਪਾਂ ਕਹਿੰਦੇ ਹਾਂ ਜੀ ਪੜ੍ਹ ਕੇ ਤਾਂ ਸੌਂਦੇ ਸੋਹਲਾ ਸਾਹਿਬ, ਪਰ ਸਾਰੀ ਰਾਤ ਤਾਂ ਵਕਾਰ ਹੀ ਚੱਲਦੇ ਰਹੇ ਆ। ਹੁਣ ਜਦੋਂ ਮਨੁੱਖ ਵਕਾਰ ਕਮਾਉਂਦਾ ਹੈ ਨਾ, ਉਹ ਬੜੀ ਸ਼ਿੱਦਤ ਨਾਲ ਕਮਾਉਂਦਾ ਹੈ। ਕੋਈ ਗਲਤ ਚੀਜ਼ ਵੇਖ ਕੇ ਸੌਂਦਾ ਨਾ, ਕੋਈ ਫਿਲਮ ਨਾਟਕ ਜਾਂ ਗਾਣੇ ਸੁਣ ਕੇ ਸੌਂਦਾ, ਉਹ ਬੜੀ ਸ਼ਿੱਦਤ ਨਾਲ ਕਰਕੇ ਸੌਂਦਾ ਹੈ। ਇਸ ਕਰਕੇ ਜਿਹੜੀ ਚੀਜ਼ ਜੁੜ ਕੇ ਕੀਤੀ ਜਾ ਰਹੀ ਹੈ ਉਹ ਤਾਂ ਫਿਰ ਮਨ ਦਾ ਹਿੱਸਾ ਸੰਪੂਰਨ ਤੌਰ 'ਤੇ ਬਣ ਗਈ, ਔਰ ਉਹ ਫਿਰ ਬੜੇ ਗਹਿਰੇ ਤਲ 'ਤੇ ਫਿਰ ਸਾਰੀ ਰਾਤ ਚੱਲਦੇ ਰਹੂਗੀ ਮਨ ਦੇ ਵਿੱਚ। ਪਰ ਜਦੋਂ ਅਸੀਂ ਬਾਣੀ ਪੜ੍ਹਨੀ ਹੈ ਉਦੋਂ ਅਸੀਂ ਉਖੜੇ ਜੇ ਮਨ ਨਾਲ ਪੜ੍ਹਦੇ ਹਾਂ, ਜੁੜ ਕੇ ਨਹੀਂ ਪੜ੍ਹਦੇ, ਜਿਹਦੇ ਕਰਕੇ ਉਹ ਕੁਝ ਅਸਰ ਤਾਂ ਹੁੰਦਾ ਹੀ ਹੁੰਦਾ ਹੈ। ਜਿਹੜਾ ਅਚੇਤ ਮਨ ਹੈ ਉਹਦੇ ਅੰਦਰ ਤਾਂ ਚੱਲਦੀ ਹੀ ਰਹਿੰਦੀ ਹੈ, ਪਰ ਪ੍ਰਤੱਖ ਰੂਪ ਦੇ ਵਿੱਚ ਫਿਰ ਉਹ ਸਾਰੀ ਰਾਤ ਉਹ ਬਾਣੀ ਜਿਹੜੀ ਉਹ ਕੀਰਤੀ ਓਨੀ ਨਹੀਂ ਚੱਲਦੀ। ਇਸ ਕਰਕੇ ਤੀਜਾ ਸਿਧਾਂਤ ਜਿਹੜਾ ਇਸ ਸਾਖੀ 'ਚੋਂ ਇਹ ਸਮਝਣਾ ਹੈ ਕਿ ਅਸੀਂ ਟਿਕ ਕੇ ਪੜ੍ਹੀਏ। ਇਸ ਕਰਕੇ ਸਾਧ ਸੰਗਤ, ਇਹ ਸੋਹਲਾ ਸਾਹਿਬ ਦੀ ਬਾਣੀ ਤੋਂ ਪਹਿਲਾਂ ਆਪਾਂ ਇਹ ਗੱਲ ਵਿਚਾਰੀ ਕਿ ਸਿੱਖ ਨੂੰ ਹੁਕਮ ਹੈ ਕਿ ਸੌਣ ਤੋਂ ਪਹਿਲਾਂ ਉਹ ਸੋਹਲਾ ਸਾਹਿਬ ਦੀ ਬਾਣੀ ਦਾ ਨਿਤਨੇਮ ਕਰੇ। ਇਹ ਬਾਣੀ ਦਾ ਨਿਤਨੇਮ ਕਰਨਾ ਬੜਾ ਜ਼ਰੂਰੀ ਹੈ, ਔਰ ਜੁੜ ਕੇ ਕਰੇ, ਔਰ ਇਹ ਭਰੋਸਾ ਕਰੇ ਕਿ ਇਹ ਬਾਣੀ ਪੜ੍ਹਨ ਦੇ ਨਾਲ ਗੁਰੂ ਮੇਰੇ ਅੰਗ ਸੰਗ ਰਹੇਗਾ। ਫਿਰ ਸਾਰੀ ਰਾਤ ਉਹਦੇ ਅੰਦਰ ਉਹ ਪ੍ਰਮਾਤਮਾ ਦੀ ਕੀਰਤੀ ਹੀ ਚੱਲੇਗੀ। ਸਾਧ ਸੰਗਤ, ਤੋ ਇਹ ਜੋ ਬਖਸ਼ਿਸ਼ ਕੀਤੀ ਹੈ ਮਹਾਰਾਜ ਨੇ ਇਸ ਬਾਣੀ ਦੀ, ਇਹਦਾ ਸੁਰਲੇਖ ਦਿੱਤਾ ਹੈ ਸੋਹਿਲਾ, ਔਰ ਅਸੀਂ ਪਿਆਰ ਦੇ ਨਾਲ ਇਹਨੂੰ ਕੀਰਤਨ ਸੋਹਿਲਾ ਵੀ ਕਹਿੰਦੇ ਹਾਂ, ਕਿਉਂਕਿ ਇਹਦੀ ਆਰੰਭਤਾ ਹੀ ਜੈ ਘਰ ਕੀਰਤ ਆਖੀਏ ਤੋਂ ਹੁੰਦੀ ਹੈ। ਇਹਦੇ ਵਿੱਚ ਕੀਰਤੀ ਗਾਈ ਜਾ ਰਹੀ ਪਰਮਾਤਮਾ ਦੀ, ਇਸ ਕਰਕੇ ਇਹਨੂੰ ਅਸੀਂ ਪਿਆਰ ਦੇ ਨਾਲ ਕੀਰਤਨ ਸੋਹਿਲਾ ਕਹਿੰਦੇ ਹਾਂ। ਸੋਹਿਲਾ ਹੁੰਦਾ ਹੈ ਸਿਫਤ ਦਾ ਗੀਤ। ਤੋ ਇਹ ਆਪਾਂ ਅੱਗੇ ਵੀ ਜਦੋਂ ਇਹ ਸ਼ਬਦ ਆਏਗਾ ਉਦੋਂ ਵਿਚਾਰਦੇ ਹਾਂ। ਗੌੜੀ ਔਰ ਦੀਪਕੀ, ਗੌੜੀ ਰਾਗ ਹੈ, ਦੀਪਕੀ ਰਾਗਣੀ ਹੈ। ਇਸ ਸੁਮੇਲ ਦੇ ਨਾਲ ਮਹਾਰਾਜ ਨੇ ਇਹ ਬਚਨ ਉਚਾਰਨ ਕੀਤਾ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਇਹ ਬਚਨ ਹਨ, ਔਰ ਇਹ ਬਾਣੀ ਆਰੰਭ ਕਰਨ ਤੋਂ ਪਹਿਲਾਂ, ਇਹ ਬਚਨ ਆਰੰਭ ਕਰਨ ਤੋਂ ਪਹਿਲਾਂ ਸਤਿਗੁਰੂ ਜੀ ਮੰਗਲ ਉਚਾਰਦੇ ਹਨ। ਆਓ ਸਰਵਣ ਕਰੀਏ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਮੰਗਲ ਸਤਿਗੁਰੂ ਜੀ ਨੇ ਉਚਾਰਨ ਕੀਤਾ ਹੈ। ਵਾਹਿਗੁਰੂ ਇੱਕ ਹੈ ਔਰ ਇੱਕ ਰਸ ਵਿਆਪਕ ਹੈ। ਸੱਚੇ ਸਤਿਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਬਾਣੀ ਦੀ ਫਿਰ ਸਤਿਗੁਰੂ ਜੀ ਪ੍ਰਾਰੰਭਤਾ ਕਰਦੇ ਹਨ ਜੀ। ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਜੈ ਘਰ ਕੀਰਤ ਆਖੀਐ। ਮਹਾਰਾਜ ਕਹਿੰਦੇ ਜਿਸ ਘਰ ਦੇ ਵਿੱਚ ਪਰਮਾਤਮਾ ਦੀ ਕੀਰਤੀ ਹੁੰਦੀ ਹੈ, ਹੁਣ ਘਰ ਮਕਾਨ ਨੂੰ ਵੀ ਕਹਿ ਦਿੰਦੇ ਆ, ਗੁਰਬਾਣੀ ਦੇ ਵਿੱਚ ਘਰ ਸਰੀਰ ਨੂੰ ਵੀ ਆਖਿਆ ਗਿਆ ਹੈ, ਪਰ ਇੱਥੇ ਜ਼ਿਆਦਾਤਰ ਜਿਹੜੇ ਘਰ ਦੇ ਅਰਥ ਢੁਕਦੇ ਉਹ ਹੈ ਸਤ ਸੰਗਤ ਰੂਪੀ ਘਰ। ਕਿਉਂਕਿ ਸਤ ਸੰਗਤ ਵਿੱਚ ਫਿਰ ਹੋਰ ਵੀ ਗੁਰਮੁਖ ਸੱਜਣ ਇਕੱਠੇ ਬੈਠਦੇ ਹੈ, ਔਰ ਇੱਕ ਦੂਜੇ ਨੂੰ ਅਸੀਸਾਂ ਦਿੱਤੀਆਂ ਜਾਂਦੀਆਂ, ਔਰ ਇਹਦੇ ਵਿੱਚ ਸ਼ਬਦ ਦੇ ਵਿੱਚ ਅਸੀਸਾਂ ਦੀ ਵੀ ਗੱਲ ਹੁੰਦੀ ਹੈ। ਤੋ ਇੱਥੇ ਸਤ ਸੰਗਤ ਰੂਪੀ ਘਰ ਜਿਹੜਾ ਅਰਥ ਸਹੀ ਢੁਕਦਾ ਹੈ, ਜੈ ਘਰ ਕੀਰਤ ਆਖੀਐ। ਜਿਸ ਸਤ ਸੰਗਤ ਰੂਪੀ ਘਰ ਦੇ ਵਿੱਚ ਪਰਮਾਤਮਾ ਦੀ ਕੀਰਤੀ ਕੀਤੀ ਜਾਂਦੀ, ਵਾਹਿਗੁਰੂ ਦੀ ਸਿਫਤ ਕੀਤੀ ਜਾਂਦੀ ਹੈ। ਕਰਤੇ ਕਾ ਹੋਏ ਵਿਚਾਰੋ, ਔਰ ਉਸ ਕਰਤੇ ਦੀ, ਵਾਹਿਗੁਰੂ ਦੀ ਵਿਚਾਰ ਹੁੰਦੀ ਹੈ, ਉਹਦੀ ਸਿਫਤ ਕੀਤੀ ਜਾਂਦੀ ਹੈ ਜਿਸ ਸਤ ਸੰਗਤ ਰੂਪੀ ਘਰ ਦੇ ਵਿੱਚ। ਫਿਰ ਉਸ ਬਾਬਤ ਮਹਾਰਾਜ ਕੀ ਬਖਸ਼ਿਸ਼ ਕਰਦੇ ਹਨ। ਤਿਤ ਘਰ ਗਾਵਹੋ ਸੋਹਿਲਾ, ਸਿਵਰਹੋ ਸਿਰਜਣਹਾਰੋ। ਤਿਤ ਘਰ ਗਾਵਹੋ ਸੋਹਿਲਾ। ਜਿਸ ਸਤ ਸੰਗਤ ਦੇ ਵਿੱਚ ਰੱਬ ਦੀ ਕੀਰਤੀ ਹੁੰਦੀ ਹੈ ਨਾ, ਜਿੱਥੇ ਰੱਬ ਦੀਆਂ ਹੀ ਬਾਤਾਂ ਪੈਂਦੀਆਂ, ਕਿਉਂਕਿ ਸਤ ਸੰਗਤ ਤਾਂ ਕਹਿੰਦੇ ਹੀ ਉਹਨੂੰ ਨੇ। ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਖਾਣੀ ਹੈ, ਜਿੱਥੇ ਕੇਵਲ ਨਿਰੋਲ ਪਰਮਾਤਮਾ ਦੀ ਹੀ ਕੀਰਤੀ ਹੋ ਰਹੀ ਹੈ, ਜਿੱਥੇ ਕਰਤੇ ਦੀ ਹੀ ਵਿਚਾਰ ਹੋ ਰਹੀ ਹੈ। ਮਹਾਰਾਜ ਕਹਿੰਦੇ ਉਸ ਸਤ ਸੰਗਤ ਘਰ ਦੇ ਵਿੱਚ ਬੈਠ ਕੇ ਪਰਮਾਤਮਾ ਦਾ ਜਸ ਗਾਇਆ ਕਰ। ਸੋਹਿਲਾ ਦਾ ਅਰਥ ਹੈ ਉਹਦੀ ਸਿਫਤ ਦੇ ਗੀਤ। ਵੈਸੇ ਜਦੋਂ, ਕਿਉਂਕਿ ਇਸ ਸ਼ਬਦ ਦੇ ਵਿੱਚ ਇੱਕ ਵਿਆਹ ਦਾ, ਧੀ ਦੇ ਵਿਆਹ ਦਾ ਪ੍ਰਸੰਗ ਵੀ ਆਉਂਦਾ ਹੈ। ਹੁਣ ਜਦੋਂ ਇੱਕ ਧੀ ਨੂੰ ਵਿਆਹਿਆ ਜਾਂਦਾ ਹੈ, ਫਿਰ ਇਹ ਰਿਵਾਜ ਹੋਇਆ ਕਰਦਾ ਸੀ ਕਿ ਫਿਰ ਉਸ ਘਰ ਦੇ ਸਾਰੇ ਸੱਜਣ ਮਿੱਤਰ ਰਿਸ਼ਤੇਦਾਰ ਬੈਠ ਕੇ ਫਿਰ ਗੀਤ ਗਾਉਂਦੇ ਆ, ਜਿਸ ਗੀਤ ਦੇ ਵਿੱਚ ਉਸ ਧੀ ਦੇ ਵਿਛੋੜੇ ਦਾ ਜਜ਼ਬਾ ਵੀ ਹੁੰਦਾ ਹੈ, ਔਰ ਨਾਲ ਉਹਨੂੰ ਅਸੀਸਾਂ ਵੀ ਦਿੱਤੀਆਂ ਜਾਂਦੀਆਂ ਵੀ ਤੂੰ ਅੱਗੇ ਜਾ ਕੇ ਸੁਖੀ ਵਸੇ। ਉਹ ਇੱਕ ਤਰ੍ਹਾਂ ਦੇ ਗੀਤ ਹੁੰਦੇ ਆ, ਸਿਫਤ ਦੇ ਗੀਤ ਹੁੰਦੇ ਆ। ਇੱਥੇ ਸੋਹਿਲੇ ਦਾ ਅਰਥ ਲਵਾਂਗੇ, ਸੋਹਿਲਾ ਇੱਥੇ ਅਰਥ ਲਵਾਂਗੇ ਕਿ ਪਰਮਾਤਮਾ ਦੇ ਸਿਫਤ ਦੇ ਗੀਤ। ਜਿਸ ਸਤ ਸੰਗਤ ਵਿੱਚ ਪਰਮਾਤਮਾ ਦੀ ਕੀਰਤੀ ਕੀਤੀ ਜਾਂਦੀ ਹੈ, ਕਰਤੇ ਦੀ ਵਿਚਾਰ ਹੁੰਦੀ ਹੈ, ਉਸ ਸਤ ਸੰਗਤ ਦੇ ਵਿੱਚ ਬੈਠ ਕੇ ਪਰਮਾਤਮਾ ਦੇ ਸਿਫਤ ਦੇ ਗੀਤ ਗਾਇਆ ਕਰ। ਸਿਵਰੇਹੋ, ਇਹਨੂੰ ਸਿਵਰਹੋ ਨਾ ਬੋਲਿਆ ਕਰੋ, ਸਿਵਰੇਹੋ ਰਾਰੇ ਨੂੰ ਸਿਹਾਰੀ ਹੈ।
ਸਿਵਰਿਓ ਸਿਰਜਣਹਾਰੋ। ਉਸ ਸਿਰਜਣਹਾਰ ਪਰਮਾਤਮਾ ਜਿਸ ਵਾਹਿਗੁਰੂ ਨੇ ਸਭ ਕੁਝ ਬਣਾਇਆ ਹੈ ਉਹਨੂੰ ਚੇਤੇ ਕਰਿਆ ਕਰੋ। ਕਿੱਥੇ ਬੈਠ ਕੇ? ਸਤ ਸੰਗਤ ਵਿੱਚ ਬੈਠ ਕੇ, ਕਿਉਂਕਿ ਉੱਥੇ ਜਿਹੜਾ ਸਾਡਾ ਮਨ ਵੱਧ ਜੁੜਦਾ ਹੈ, ਉੱਥੇ ਸਾਡਾ ਅੰਦਰ ਵੀ ਵਾਹਿਗੁਰੂ ਨਾਲ ਜੁੜ ਜਾਂਦਾ ਹੈ। ਮਹਾਰਾਜ ਕਹਿੰਦੇ ਉਸ ਸਤ ਸੰਗਤ ਵਿੱਚ ਬੈਠ ਕਰਕੇ ਉਸ ਵਾਹਿਗੁਰੂ ਦੇ ਸਿਫਤ ਦੇ ਗੀਤ ਗਾ ਔਰ ਉਹਨੂੰ ਚੇਤੇ ਕਰਿਆ ਕਰ। ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ। ਹੇ ਮੇਰੀ ਜਿੰਦੇ, ਤੂੰ ਉਸ ਨਿਰਭਉ ਜਿਹੜਾ ਪਰਮਾਤਮਾ ਡਰ ਤੋਂ ਰਹਿਤ ਹੈ, ਜਿਹਨੂੰ ਕੋਈ ਡਰ ਨਹੀਂ, ਉਸ ਡਰ ਤੋਂ ਰਹਿਤ ਪਰਮਾਤਮਾ ਦੇ ਸੋਹਿਲੇ ਸਿਫਤ ਦੇ ਗੀਤ ਗਾਉਣਾ ਕਰ। ਹੋ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ। ਮਹਾਰਾਜ ਕਹਿੰਦੇ ਅਸੀਂ ਉਸ ਸੋਹਿਲੇ ਤੋਂ ਕੁਰਬਾਨ ਜਾਂਦੇ ਹਾਂ ਜਿਸ ਸੋਹਿਲੇ ਦੇ, ਜਿਸ ਸਿਫਤ ਦੇ ਗੀਤ ਦੇ ਸਦਕਾ ਸਦੀਵੀ ਸੁੱਖ ਰਹਿੰਦਾ ਹੈ। ਇਹ ਸੁੱਖ ਬਾਹਰਲੇ ਪਦਾਰਥਾਂ ਦਾ ਮੁਤਾਜ ਨਹੀਂ। ਇਹ ਨਹੀਂ ਵੀ ਧਨ ਆ ਗਿਆ ਤੇ ਸੁੱਖ ਹੈ, ਧਨ ਚਲਾ ਗਿਆ ਤੇ ਦੁੱਖ ਹੈ, ਲਾਹਾ ਮਿਲ ਗਿਆ ਤੇ ਸੁੱਖ ਹੈ, ਨੁਕਸਾਨ ਹੋ ਗਿਆ ਤੇ ਦੁੱਖ ਹੈ, ਤੰਦਰੁਸਤੀ ਮਿਲ ਗਈ ਤੇ ਸੁੱਖ ਹੈ, ਰੋਗ ਲੱਗ ਗਿਆ ਤੇ ਦੁੱਖ ਹੈ। ਨਹੀਂ ਨਹੀਂ, ਇਹ ਸੁੱਖ ਉਹ ਹੈ ਜਿਹੜਾ ਤੱਤੀਆਂ ਤਵੀਆਂ ਤੇ ਬੈਠ ਕੇ ਵੀ ਨਹੀਂ ਗਵਾਚਦਾ। ਇਹ ਸੁੱਖ ਉਹ ਹੈ ਜਿਹੜਾ ਖੋਪੜੀਆਂ ਲਾਹ ਦਿੱਤੀਆਂ ਜਾਣ ਫਿਰ ਵੀ ਨਹੀਂ ਗਵਾਚਦਾ। ਮਹਾਰਾਜ ਕਹਿੰਦੇ ਉਸ ਸਿਫਤ ਦੇ ਗੀਤ ਤੋਂ ਕੁਰਬਾਨ ਜਾਈਏ ਜਿਸ ਸਿਫਤ ਦੇ ਗੀਤ ਗਾਉਣ ਦੇ ਸਦਕਾ ਸਾਨੂੰ ਸਦੀਵੀ ਸੁੱਖ ਮਿਲਦਾ ਹੈ। ਕਿਉਂਕਿ ਜਦੋਂ ਅਸੀਂ ਵਾਹਿਗੁਰੂ ਦੇ ਸਿਫਤ ਦੇ ਗੀਤ ਗਾਉਂਦੇ ਹਾਂ ਨਾ, ਫਿਰ ਜਿਹੜਾ ਸਾਡਾ ਅੰਦਰ ਹੈ ਉਹ ਸਦੀਵੀ ਆਨੰਦਮਈ ਹੋ ਜਾਂਦਾ ਹੈ। ਸਿਫਤ ਦੇ ਗੀਤ ਗਾਉਣ ਵਾਲੇ ਭਗਤ ਰਵਿਦਾਸ ਕੱਖਾਂ ਦੀ ਕੁੱਲੀ 'ਚ ਬੈਠ ਕੇ ਵੀ ਸਦਾ ਸੁੱਖ ਹੀ ਮਾਣਦੇ ਨੇ। ਤੋ ਇਸ ਕਰਕੇ ਮਹਾਰਾਜ ਕਹਿੰਦੇ ਅਸੀਂ ਉਸ ਸੋਹਿਲੇ ਤੋਂ ਕੁਰਬਾਨ ਜਾਂਦੇ ਹਾਂ। ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ। ਜਿਸ ਸਿਫਤ ਦੇ ਗੀਤ ਦੇ ਸਦਕਾ ਸਦੀਵੀ ਸੁੱਖ ਮਿਲਦਾ ਹੈ। ਫਿਰ ਅੱਗੇ ਰਹਾਉ। ਰਹਾਉ ਇਹ ਭਾਵ, ਇਹ ਜਿਹੜੇ ਬਚਨ ਸੀ ਪੂਰੇ ਸ਼ਬਦ ਦਾ ਕੇਂਦਰੀ ਭਾਵ ਹੈ, ਸੈਂਟਰਲ ਆਈਡੀਆ। ਇੱਥੇ ਠਹਿਰਾਓ ਦੇ ਕੇ ਮਹਾਰਾਜ ਬਖਸ਼ਿਸ਼ ਕਰਦੇ ਹਨ। ਨਿਤ ਨਿਤ ਜੀੜੇ ਸੰਭਾਲੀਅਨ ਦੇਖੇਗਾ ਦੇਵਨਹਾਰ। ਬਾਣੀ ਦੇ ਉਚਾਰਨ ਤੇ ਧਿਆਨ ਦਿਓ। ਨਿਤ ਨਿਤ ਜੀੜੇ ਸੰਭਾਲੀਅਨ ਦੇਖੇਗਾ, ਇੱਥੇ ਖੱਖੇ ਨੂੰ ਦੁਲਾਵਾਂ ਹੈ, ਦੇਖੇਗਾ ਨਹੀਂ ਗਾ, ਦੇਖੇਗਾ ਦੇਵਨਹਾਰ, ਦੇਖੇਗਾ ਦੇਵਨਹਾਰ। ਮਹਾਰਾਜ ਕਹਿੰਦੇ ਨਿਤ ਨਿਤ ਜੀੜੇ ਸੰਭਾਲੀਅਨ। ਜਿਹੜਾ ਵਾਹਿਗੁਰੂ ਨਿਤ ਹਰ ਵਕਤ ਸਾਡੀ ਜਿੰਦ ਦੀ ਸੰਭਾਲ ਕਰ ਰਿਹਾ ਹੈ, ਉਹ ਦੇਣ ਵਾਲਾ ਪਰਮਾਤਮਾ, ਉਹ ਦਾਤਾ ਪਰਮਾਤਮਾ ਜਿਹੜਾ ਹਰ ਇੱਕ ਜੀ ਨੂੰ ਸੰਭਾਲ ਰਿਹਾ ਹੈ, ਉਹ ਤੇਰੀ ਵੀ ਸੰਭਾਲ ਜ਼ਰੂਰ ਕਰੇਗਾ, ਉਹ ਤੈਨੂੰ ਵੀ ਜ਼ਰੂਰ ਦੇਖੇਗਾ। ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ। ਤੇਰੇ ਦਾਨੈ ਕੀਮਤ ਨਾ ਪਵੈ। ਹੇ ਵਾਹਿਗੁਰੂ, ਹੁਣ ਦੇਖੋ ਇਹ ਸਮਝਣ ਵਾਲੀ ਗੱਲ ਹੈ ਕਿ ਉਸ ਪਰਮਾਤਮਾ ਦੀਆਂ ਦਾਤਾਂ ਦੀ ਕੀਮਤ ਹੀ ਨਹੀਂ ਪੈ ਸਕਦੀ ਤੇ ਉਸ ਦਾਤੇ ਦਾ ਅੰਦਾਜ਼ਾ ਕਿੱਥੋਂ ਲਾ ਲਾਂਗੇ। ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ। ਜਿਹੜੀਆਂ ਉਹਨੇ ਦਾਤਾਂ ਦਿੱਤੀਆਂ ਹੈ, ਪਰਮਾਤਮਾ ਨੇ ਸਾਨੂੰ ਸਵਾਸ ਦਿੱਤੇ ਹੈ, ਇਹਨਾਂ ਸਵਾਸਾਂ ਦੀ ਕੋਈ ਕੀਮਤ ਹੈਗੀ ਹੈ? ਬੰਦਾ ਕਵੇ ਵੀ ਮੇਰੇ ਸਾਹ ਲੈ ਲਾ ਤੇ ਇਹਦੇ ਬਦਲੇ ਕਰੋੜ ਰੁਪਈਆ ਦੇ ਦੇ, ਹੈਗੀ ਕੋਈ ਕੀਮਤ ਇਹਨਾਂ ਸਵਾਸਾਂ ਦੀ? ਪਾਣੀ ਦੀ, ਮਹਾਰਾਜ ਨੇ ਪਾਣੀ ਦਾਤ ਦਿੱਤੀ, ਪਾਣੀ ਦੀ ਕੋਈ ਕੀਮਤ ਲਾ ਸਕਦਾ ਹੈ? ਆਕਸੀਜਨ ਦੀ ਕੋਈ ਕੀਮਤ ਪੈ ਸਕਦੀ ਹੈ? ਰੁੱਖਾਂ ਦੀ ਕੋਈ ਕੀਮਤ ਪੈ ਸਕਦੀ ਹੈ? ਜਿਹੜੀਆਂ ਦਾਤਾਂ ਪਰਮਾਤਮਾ ਨੇ ਦਿੱਤੀਆਂ, ਇਹ ਬ੍ਰਹਿਮੰਡ ਪਰਮਾਤਮਾ ਨੇ ਸਾਜਿਆ, ਕਿ ਉਹਦੀ ਕੀਮਤ ਪੈ ਸਕਦੀ ਹੈ? ਕਿ ਉਹਦਾ ਅਸੀਂ ਥੋ ਪਤਾ ਲਾ ਸਕਦੇ ਹਾਂ? ਜੇ ਉਹਦਾ ਥੋ ਪਤਾ ਨਹੀਂ ਲਗਾਇਆ ਜਾ ਸਕਦਾ ਤੇ ਜਿਸ ਦਾਤੇ ਨੇ ਉਹ ਦਾਤਾਂ ਨੂੰ ਬਣਾਇਆ ਹੈ, ਉਸ ਦਾਤੇ ਦਾ ਅੰਦਾਜ਼ਾ ਕਿੱਥੋਂ ਲਾ ਲਵਾਂਗੇ? ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ। ਸੁਮਾਰ ਦਾ ਮਤਲਬ ਅੰਦਾਜ਼ਾ, ਉਸ ਦਾਤੇ ਦਾ ਅੰਦਾਜ਼ਾ ਕਿਵੇਂ ਲਗਾਇਆ ਜਾ ਸਕਦਾ ਹੈ? ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹੁ ਤੇਲ। ਸੰਬਤ ਦਾ ਅਰਥ ਹੈ ਸਾਲ, ਵਰਾ, ਸਾਹਾ। ਹੁਣ ਇਹ ਸਮਝਿਓ, ਜਦੋਂ ਇੱਕ ਪੁਰਾਣੇ ਸਮੇਂ ਜਦੋਂ ਵਿਆਹ ਹੁੰਦਾ ਸੀ ਫਿਰ ਉਦੋਂ ਸਾਹਾ ਬੰਨਿਆ ਜਾਂਦਾ ਸੀ। ਸਾਹਾ ਹੁੰਦਾ ਹੈ ਕਿ ਉਹ ਦਿਨ ਜਿਸ ਦਿਨ ਵਿਆਹ ਕੀਤਾ ਜਾਣਾ ਹੈ, ਵਿਆਹ ਦਾ ਦਿਹਾੜਾ ਮੁਕਰਰ ਕੀਤਾ ਜਾਂਦਾ ਹੈ ਨਾ, ਉਹਨੂੰ ਸਾਹਾ ਕਿਹਾ ਜਾਂਦਾ ਹੈ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹੁ ਤੇਲ। ਹੁਣ ਜਿਵੇਂ ਇੱਕ ਵਿਆਹ ਦੀ ਤਰੀਕ ਮੁਕਰਰ ਕਰ ਦਿੱਤੀ ਜਾਂਦੀ ਹੈ ਔਰ ਜਿਹੜੀ ਤਰੀਕ ਮੁਕਰਰ ਹੋ ਗਈ ਉਸ ਦਿਨ ਲਾੜੇ ਨੇ ਬਰਾਤ ਲੈ ਕੇ ਆ ਹੀ ਜਾਣਾ ਹੈ, ਇਸੇ ਤਰ੍ਹਾਂ ਮਹਾਰਾਜ ਉਹ ਉਦਾਹਰਨ ਲੈ ਕੇ ਇਹ ਗੱਲ ਸਮਝਾ ਰਹੇ ਆ ਕਿ ਇੱਥੇ ਜਿੰਦ ਵਹੁਟੀ ਹੈ। ਕਿਉਂਕਿ ਇਹ ਯਾਦ ਰੱਖਿਓ ਕਿ ਜ਼ਿਆਦਾਤਰ ਗੁਰਬਾਣੀ ਦੇ ਵਿੱਚ ਇਸ ਜਿੰਦ ਨੂੰ ਇਸਤਰੀ ਆਖਿਆ ਹੈ ਤੇ ਪਰਮਾਤਮਾ ਨੂੰ ਪਤੀ ਆਖਿਆ। ਮੈਂ ਬੌਰੀ ਮੇਰਾ ਰਾਮ ਪਤਾਰ, ਮੈਂ ਕਾਮਣ ਮੇਰਾ ਕੰਤ ਕਰਤਾਰ। ਹੁਣ ਕਰਤਾਰ ਨੂੰ ਕੰਤ ਆਖਿਆ ਹੈ, ਵਾਹਿਗੁਰੂ ਨੂੰ ਪਤੀ ਆਖਿਆ, ਪਰ ਕਿਤੇ ਕਿਤੇ ਮੌਤ ਨੂੰ ਵੀ ਪਤੀ ਆਖਿਆ ਗਿਆ ਹੈ। ਜਿੰਦ ਵਹੁਟੀ ਮਰਨ ਵਾਰ।
ਹੁਣ ਇੱਥੇ ਮੌਤ ਨੂੰ ਵਾਰ ਆਖਿਆ ਹੈ, ਮੌਤ ਨੂੰ ਪਤੀ ਆਖਿਆ, ਜਿੰਦ ਨੂੰ ਵਹੁਟੀ ਆਖਿਆ। ਸਮਝਣ ਦਾ ਯਤਨ ਕਰੋ ਸਤਿਸੰਗ, ਥੋੜ੍ਹਾ ਟਿਕ ਕੇ ਤੇ ਚਾਅ ਦੇ ਨਾਲ ਸੁਣਨ ਦਾ ਯਤਨ ਕਰੋ, ਕਿਉਂਕਿ ਅਸੀਂ ਰੋਜ਼ ਇਸ ਬਾਣੀ ਦਾ ਨਿਤਨੇਮ ਕਰਦੇ ਹਾਂ। ਅਤੇ ਜੇ ਅਸੀਂ ਇਹਨਾਂ ਅਰਥਾਂ ਨੂੰ ਨਾ ਸਮਝ ਸਕੇ ਨਾ ਸਤ ਸੰਗਤ, ਹੋ ਸਕਦਾ ਸਾਡਾ ਚਿੱਤ ਵੀ ਨਾ ਜੁੜਦਾ ਹੋਵੇ। ਮਹਾਰਾਜ ਕਹਿੰਦੇ ਸੰਬਤ ਸਾਹਾ ਲਿਖਿਆ। ਜਿਵੇਂ ਸਾਧ ਸੰਗਤ ਮੈਂ ਵਿਚਾਰ ਕਰ ਰਿਹਾ ਸੀ ਕਿ ਆਤਮਾ ਨੂੰ ਇਸਤਰੀ ਆਖਿਆ ਹੈ, ਪਰਮਾਤਮਾ ਨੂੰ ਪਤੀ ਆਖਿਆ ਹੈ ਜ਼ਿਆਦਾਤਰ, ਪਰ ਕਿਤੇ ਕਿਤੇ ਜਿੰਦ ਨੂੰ ਵਹੁਟੀ, ਜਿੰਦ ਨੂੰ ਤਾਂ ਵਹੁਟੀ ਆਖਿਆ ਹੈ, ਪਰ ਪਤੀ ਮੌਤ ਨੂੰ ਵੀ ਆਖਿਆ ਗਿਆ ਹੈ। ਔਰ ਇੱਥੇ ਇਹਦੇ ਅਰਥ ਕਿਸੇ ਨੇ ਇਹਦੇ ਅਰਥ ਪਤੀ ਨਾਲ ਵਿਆਹ ਵੀ ਕੀਤਾ ਹੈ, ਪਰ ਇੱਥੇ ਜ਼ਿਆਦਾਤਰ ਅਰਥ ਮੌਤ ਰੂਪੀ ਕੀਤੇ ਗਏ ਆ ਕਿ ਮੌਤ ਦੇ ਨਾਲ ਵਿਆਹ ਹੋ ਰਿਹਾ ਹੈ। ਮਹਾਰਾਜ ਕਹਿੰਦੇ ਜਿਵੇਂ ਵਿਆਹ ਦਾ ਦਿਹਾੜਾ ਮੁਕਰਰ ਕਰ ਲਿਆ ਜਾਂਦਾ ਹੈ, ਔਰ ਜਿਹੜੀ ਤਰੀਕ ਜਿਹੜਾ ਦਿਨ ਵਿਆਹ ਦਾ ਮੁਕਰਰ ਹੋ ਗਿਆ, ਉਸ ਦਿਨ ਫਿਰ ਉਸ ਪਤੀ ਨੇ ਬਰਾਤ ਲੈ ਕੇ ਪਹੁੰਚ ਹੀ ਜਾਣਾ ਹੈ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਤੇਰੇ ਜੰਮਣ ਤੋਂ ਪਹਿਲਾਂ ਤੇਰੇ ਮੌਤ ਦਾ ਸਾਹਾ ਲਿਖ ਲਿਆ ਜਾਂਦਾ ਹੈ। ਤੇਰੇ ਮੌਤ ਦੀ ਤਰੀਕ, ਤੇਰੇ ਮੌਤ ਦਾ ਸਮਾਂ, ਕਿੰਨੇ ਸਵਾਸ ਭੋਗ ਕੇ ਤੂੰ ਖਤਮ ਹੋ ਜਾਣਾ ਹੈ, ਉਹ ਸਮਾਂ ਮੁਕਰਰ ਹੋ ਜਾਂਦਾ ਤੇਰੇ ਜੰਮਣ ਤੋਂ ਪਹਿਲਾਂ, ਕਿਉਂਕਿ ਮਰਨ ਲਿਖਾਏ ਮੰਡਲ ਮੈਂ ਆਏ। ਜੰਮਣ ਤੋਂ ਪਹਿਲਾਂ ਅਸੀਂ ਮੌਤ ਲਿਖਾ ਕੇ ਆਉਂਦੇ ਹਾਂ। ਮਹਾਰਾਜ ਕਹਿੰਦੇ ਤੇਰੇ ਮੌਤ ਦਾ ਸਮਾਂ ਵੀ ਮੁਕਰਰ ਪਹਿਲਾਂ ਹੀ ਕਰ ਲਿਆ ਗਿਆ ਹੈ। ਉਹ ਸਾਲ, ਉਹ ਸਮਾਂ, ਉਹ ਕਿੰਨੇ ਸਵਾਸਾਂ ਤੋਂ ਬਾਅਦ ਮੌਤ ਆਉਣੀ ਆ, ਉਹ ਪਹਿਲਾਂ ਹੀ ਮੁਕਰਰ ਹੋ ਗਿਆ ਹੈ। ਉਹ ਮੌਤ ਦਾ ਸਾਹਾ ਪਹਿਲਾਂ ਹੀ ਲਿਖਿਆ ਜਾ ਚੁੱਕਾ ਹੈ। ਇਸ ਕਰਕੇ ਮਿਲ ਕਰ ਪਾਵੋ ਤੇਲ। ਹੁਣ ਜਦੋਂ ਧੀ ਦਾ ਵਿਆਹ ਹੁੰਦਾ ਹੈ, ਸਾਹਾ ਫਾਈਨਲ ਹੋ ਚੁੱਕਾ ਹੈ, ਉਦੋਂ ਫਿਰ ਇੱਕ ਰਿਵਾਜ ਚੱਲਦਾ ਹੁੰਦਾ ਸੀ ਜਿਹਦੀ ਉਦਾਹਰਨ ਮਹਾਰਾਜ ਲੈਂਦੇ ਹੈ। ਇਹਦਾ ਇਹ ਮਤਲਬ ਨਹੀਂ ਵੀ ਇਹ ਅਸੀਂ ਗੁਰਮਤ ਵਿੱਚ ਵੀ ਕਰਦੇ ਹਾਂ ਜਾਂ ਨਹੀਂ ਕਰਦੇ, ਇੱਥੋਂ ਇਹ ਨਹੀਂ ਸਮਝਣਾ। ਇੱਥੇ ਕੋਈ ਚੱਲਦੇ ਰਿਵਾਜ ਦੀ ਉਦਾਹਰਨ ਮਹਾਰਾਜ ਨੇ ਲਈ ਆ। ਫਿਰ ਉਦੋਂ ਰਿਵਾਜ ਚੱਲਦਾ ਸੀ ਵੀ ਧੀ, ਸਾਰੇ ਜਾਣੇ ਇਕੱਠੇ ਹੁੰਦੇ ਸੀ, ਔਰ ਇੱਕ ਸ਼ਗਨ ਕਰਦੇ ਸੀ ਵੀ ਧੀ ਦੇ ਸਿਰ ਦੇ ਵਿੱਚ ਤੇਲ ਪਾਇਆ ਜਾਂਦਾ ਸੀ। ਜਿਹਦਾ ਵਿਆਹ ਹੋਣਾ ਹੈ ਉਹਦੇ ਸਿਰ ਵਿੱਚ ਤੇਲ ਪਾਇਆ ਜਾਂਦਾ ਸੀ। ਉਹ ਇੱਕ ਸਿਧਾਂਤ ਸੀ ਕਿ ਇਹ ਹੁਣ ਤੇਲ ਪਾਇਆ ਜਾ ਰਿਹਾ, ਮਤਲਬ ਪੇਕੇ ਘਰ ਦੇ ਵਿੱਚ ਆਖਰੀ ਵਾਰ ਤੇਰੇ ਸਿਰ 'ਚ ਤੇਲ ਪਾਇਆ ਜਾ ਰਿਹਾ ਹੈ। ਇਸ ਤੋਂ ਬਾਅਦ ਤਾਂ ਫਿਰ ਇਹ ਕੁਝ ਸਹੁਰੇ ਘਰ ਜਾ ਕੇ ਹੀ ਹੋਣਾ ਹੈ। ਇਸੇ ਤਰ੍ਹਾਂ ਮਹਾਰਾਜ ਇਹ ਉਦਾਹਰਨ ਲੈ ਕੇ ਸਮਝਾਉਣਾ ਚਾਹੁੰਦੇ ਆ ਵੀ ਭਾਈ ਮੌਤ ਦਾ ਸਮਾਂ ਤੇਰਾ ਪਹਿਲਾਂ ਹੀ ਮੁਕਰਰ ਹੋ ਗਿਆ, ਕਿਉਂਕਿ ਤੂੰ ਮੌਤ ਲਿਖਾ ਕੇ ਆਇਆ ਹੈ। ਇਸ ਕਰਕੇ ਮੌਤ ਦਾ ਕੋਈ ਪਤਾ ਨਹੀਂ ਕਦੋਂ ਸਮਾਂ ਆ ਜਾਣਾ ਹੈ, ਕੋਈ ਪਤਾ ਨਹੀਂ। ਇਸ ਕਰਕੇ ਤੂੰ ਨਾਮ ਰੂਪੀ ਤੇਲ ਪਾ। ਭਾਵ ਜਦੋਂ ਵੀ ਤੂੰ ਨਾਮ ਜਪਦਾ ਹੈ ਨਾ, ਇਹ ਸੋਚ ਕੇ ਜਪਿਆ ਕਰ ਵੀ ਮੈਂ ਆਖਰੀ ਵਾਰੀ ਜਪ ਰਿਹਾ, ਇਸ ਤੋਂ ਬਾਅਦ ਅਗਲਾ ਸਾਹ ਨਹੀਂ ਆਉਣਾ। ਅੱਜ ਤੁਸੀਂ ਵੇਖੋ ਸਾਡਾ ਨਿਤਨੇਮ ਦੇ ਵਿੱਚ ਚਿੱਤ ਕਿਉਂ ਨਹੀਂ ਜੁੜਦਾ। ਹੁਣ ਸੰਗਤਾਂ ਜਿਹੜੀਆਂ ਤੁਸੀਂ ਸੁਣ ਰਹੇ ਹੋ, ਤੁਸੀਂ ਕਦੀ ਅਹਿਸਾਸ ਕਰਕੇ ਵੇਖਿਆ ਕਰੋ ਵੀ ਤੁਹਾਡਾ ਨਿਤਨੇਮ ਕਰਦਿਆਂ ਚਿੱਤ ਜੁੜਦਾ ਕਿ ਨਹੀਂ ਜੁੜਦਾ। ਜੇ ਨਹੀਂ ਜੁੜਦਾ, ਉਹਦਾ ਸਭ ਤੋਂ ਵੱਡਾ ਕਾਰਨ ਪਤਾ ਕੀ ਹੈ? ਅਸੀਂ ਇਹ ਸੋਚਦੇ ਹਾਂ ਕੋਈ ਨਹੀਂ ਅੱਜ ਪੜ੍ਹ ਲੈਂਦੇ, ਕੱਲ੍ਹ ਨੂੰ ਥੋੜ੍ਹਾ ਜਿਹਾ ਚਿੱਤ ਵੱਧ ਜੋੜ ਲਾਂਗੇ। ਪਰ ਮਹਾਰਾਜ ਕਹਿੰਦੇ ਗਿਆਨ ਦੇ ਤਲ 'ਤੇ ਨਹੀਂ, ਜਿੱਦਣ ਜਹਿਣ ਦੇ, ਅਧਿਆਤਮਕਤਾ ਦੇ ਤਲ 'ਤੇ, ਅਹਿਸਾਸ ਦੇ ਤਲ 'ਤੇ, ਜਿੱਦਣ ਅਸੀਂ ਇਹ ਅਹਿਸਾਸ ਕਰਕੇ ਨਾਮ ਜਪਾਂਗੇ ਨਾ ਵੀ ਅਗਲਾ ਸਾਹ ਮੇਰਾ ਆਖਰੀ ਸਾਹ ਹੈ, ਇਹ ਵਾਰੀ ਜਿਹੜਾ ਨਿਤਨੇਮ ਮੈਂ ਕਰ ਰਿਹਾ ਨਾ ਆਖਰੀ ਵਾਰ ਕਰ ਰਿਹਾ, ਇਸ ਤੋਂ ਬਾਅਦ ਕਰਨ ਲਈ ਮੇਰੇ ਕੋਲ ਜ਼ਿੰਦਗੀ ਬਚੀ ਨਹੀਂ। ਵੇਖਿਓ ਉਦੋਂ ਨਿਤਨੇਮ ਵਿੱਚ ਚਿੱਤ ਕਿਵੇਂ ਜੁੜਦਾ। ਅਹਿਸਾਸ ਦੇ ਤਲ 'ਤੇ ਜਦੋਂ ਅਸੀਂ ਇੰਜ ਕਰਾਂਗੇ। ਹੁਣ ਦੇਖੋ ਉਹ ਉਵੇਂ ਦੀ ਉਦਾਹਰਨ ਲਈ ਮਹਾਰਾਜ ਨੇ ਵੀ ਤੇਲ ਪਾਇਆ ਜਾਂਦਾ ਹੈ, ਇਹ ਅਹਿਸਾਸ ਕਰਨ ਵਾਸਤੇ ਵੀ ਧੀਏ ਆਖਰੀ ਵਾਰ ਤੇਰੇ ਸਿਰ 'ਚ ਤੇਲ ਪਾਇਆ ਜਾ ਰਿਹਾ ਹੈ, ਇਸ ਤੋਂ ਬਾਅਦ ਤੂੰ ਸਹੁਰਿਆਂ ਦੀ ਹੋ ਜਾਣਾ ਹੈ। ਮਨੁੱਖ ਇਹ ਸਮਝ ਕੇ ਨਾਮ ਜਪੇ, ਨਿਤਨੇਮ ਕਰੇ ਵੀ ਮੈਂ ਆਖਰੀ ਵਾਰੀ ਜਪ ਰਿਹਾ, ਇਸ ਤੋਂ ਬਾਅਦ ਜਪਣ ਵਾਸਤੇ ਮੇਰੇ ਕੋਲ ਸਵਾਸ ਨਹੀਂ ਰਹਿਣੇ। ਕਿਉਂਕਿ ਮਹਾਰਾਜ ਕਹਿੰਦੇ ਇਹ ਨਾ ਸੋਚਿਆ ਕਰ ਵੀ ਅਗਲਾ ਸਾਹ ਆ ਜਾਊਗਾ, ਅਗਲਾ ਦਿਨ ਚੜ੍ਹ ਜਾਊਗਾ। ਇਸੇ ਸਾਹ ਨੂੰ ਹੀ ਆਖਰੀ ਸਾਹ ਸਮਝਿਆ ਕਰ, ਔਰ ਵੇਖੀ ਫਿਰ ਨਾਮ ਕਿਵੇਂ ਜਪਿਆ ਜਾਂਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਮੌਤ ਦਾ ਸਾਹ ਪਹਿਲਾਂ ਹੀ ਲਿਖਿਆ ਜਾ ਰਿਹਾ ਹੈ। ਨਾਮ ਰੂਪੀ ਤੂੰ ਤੇਲ ਪਾਉਣਾ ਕਰ, ਔਰ ਇਸ ਤਰ੍ਹਾਂ ਨਾਮ ਜਪਿਆ ਕਰ ਕਿ ਤੇਰਾ ਸਵਾਸ ਆਖਰੀ ਸਵਾਸ ਹੈ, ਇਸ ਤੋਂ ਬਾਅਦ ਤੇਰਾ ਸਾਹ ਨਹੀਂ ਆਉਣਾ। ਫਿਰ ਅੱਗੇ ਮਹਾਰਾਜ ਬਖਸ਼ਿਸ਼ ਕਰਦੇ ਹਨ। ਦੇਹੋ ਸੱਜਣ ਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਸਤ ਸੰਗਤ ਵਿੱਚ ਬੈਠ ਕੇ ਕੀਰਤੀ ਕਰ ਰਹੇ ਹੋ ਤੇ ਮਹਾਰਾਜ ਫਿਰ ਕਹਿੰਦੇ ਨੇ ਵੀ ਹੇ ਭਾਈ ਸੱਜਣੋ, ਸਤ ਸੰਗੀ ਜਨੋ, ਅਸੀਸਾਂ ਦੇਵੋ ਕਿ ਮੇਰਾ ਸਾਹਿਬ ਨਾਲ ਮੇਲ ਹੋ ਜਾਵੇ। ਹੁਣ ਤੁਸੀਂ ਦੇਖੋ ਸਤ ਸੰਗਤ, ਜ਼ਿਆਦਾਤਰ ਲੋਕਾਂ ਦਾ ਮੌਤ ਨਾਲ ਮੇਲ ਹੁੰਦਾ ਹੈ, ਜਮਾਂ ਨਾਲ ਮੇਲ ਹੁੰਦਾ ਹੈ। ਪਰ ਸਤ ਸੰਗਤ ਵਿੱਚ ਬੈਠ ਕੇ ਇਹ ਅਸੀਸਾਂ ਮੰਗਿਆ ਕਰੋ ਕਿ ਮੌਤ ਤਾਂ ਆ ਕੇ ਹੀ ਰਹਿਣੀ ਹੈ, ਪਰ ਅਸੀਸਾਂ ਦੇਵੋ ਕਿ ਸਾਡਾ ਸਾਹਿਬ ਨਾਲ ਮੇਲ ਹੋ ਜਾਵੇ।
ਜਿਉਂਦੇ ਜੀ ਮੇਲ ਹੋ ਜਾਵੇ, ਤਾਂ ਕਿ ਸਾਨੂੰ ਜਮਾਂ ਦੀ ਫਾਹੀ ਨਾ ਮਿਲੇ। ਦੇਹੋ ਸੱਜਣ ਅਸੀਸੜੀਆ, ਹੇ ਸਤ ਸੰਗੀ ਸੱਜਣੋ ਅਸੀਸਾਂ ਦੇਵੋ, ਜਿਉ ਹੋਵੈ ਸਾਹਿਬ ਸਿਉ ਮੇਲ, ਤਾਂ ਕਿ ਮੇਰਾ ਵਾਹਿਗੁਰੂ ਦੇ ਨਾਲ ਮੇਲ ਹੋ ਜਾਵੇ। ਘਰ ਘਰ ਇਹੋ ਪਾਹੁਚਾ, ਸੱਦੜੇ ਨਿਤ ਪਵਨ। ਤੇ ਮਹਾਰਾਜ ਕਹਿੰਦੇ ਇਹ ਨਹੀਂ ਵੀ ਇਹ ਮੌਤ ਦਾ ਸੱਦਾ ਕੇਵਲ ਤੇਰੇ ਘਰ ਹੀ ਆਇਆ ਹੈ। ਪਹੁੰਚਾ ਕੀ ਹੁੰਦਾ ਹੈ? ਇਹਨੂੰ ਪਹੁੰਚਾ ਦਾ ਅਰਥ ਹੈ ਸਾਹ ਚਿੱਠੀ, ਜਿਹਨੂੰ ਗੰਢ ਵੀ ਕਹਿ ਦਿੰਦੇ ਆ। ਜਿਵੇਂ ਹੁਣ ਵਿਆਹ ਦੀ ਤਰੀਕ ਮੁਕਰਰ ਹੋ ਗਈ, ਹੁਣ ਜਿਹੜੀ ਤਰੀਕ ਮੁਕਰਰ ਹੋਈ ਉਹਨੂੰ ਇੱਕ ਚਿੱਠੀ ਤੇ ਲਿਖ ਲਿਆ ਜਾਂਦਾ ਹੈ। ਔਰ ਫਿਰ ਜਦੋਂ ਕਿਸੇ ਨੂੰ ਸੱਦੇ ਦੇਣ ਜਾਂਦੇ ਹੁੰਦੇ ਸੀ ਨਾ, ਅੱਜ ਕੱਲ੍ਹ ਤਾਂ ਦੇਖੋ ਵੈਡਿੰਗ ਕਾਰਡਸ ਆ ਗਏ ਜਾਂ ਈਮੇਲਸ ਆ ਗਈਆਂ, ਅਸੀਂ ਵਟਸਐਪ ਦੇ ਰਾਹੀਂ ਜਾਂ ਫੋਨ ਕਰ ਕਰਕੇ ਸੱਦੇ ਦੇ ਦਿੰਦੇ ਆ। ਪੁਰਾਣੇ ਸਮੇਂ ਕੀ ਹੋਇਆ ਕਰਦਾ ਸੀ ਵੀ ਇੱਕ ਚਿੱਠੀ ਦੇ ਉੱਤੇ ਉਹ ਵਿਆਹ ਦੀ ਤਰੀਕ, ਉਹ ਸਾਰੀ ਡਿਟੇਲ ਲਿਖ ਲਈ ਜਾਂਦੀ ਸੀ। ਫਿਰ ਇੱਕ ਬੰਦਾ ਜਾਂਦਾ ਸੀ, ਜਿਨ੍ਹਾਂ ਨੂੰ ਸੱਦਾ ਦੇਣਾ ਸੀ ਉਹਨਾਂ ਦੇ ਘਰ ਜਾ ਕੇ ਬਸ ਉਹ ਚਿੱਠੀ ਵਿਖਾ ਕੇ ਫਿਰ ਉਹ ਚਿੱਠੀ ਨੂੰ ਪੈਕ ਕਰਕੇ ਅੱਗੇ ਤੁਰ ਜਾਂਦਾ ਸੀ। ਉਹਨੂੰ ਦੇ ਕੇ ਨਹੀਂ ਸੀ ਆਉਂਦਾ, ਚਿੱਠੀ ਖੋਲ੍ਹ ਕੇ ਵਿਖਾਈ ਉਹਨੂੰ, ਅਗਲੇ ਨੇ ਪੜ੍ਹ ਲਈ, ਫਿਰ ਉਹਨੂੰ ਪੈਕ ਕਰਕੇ ਅਗਲੇ ਘਰ ਤੁਰ ਗਿਆ, ਉਹਨੂੰ ਵੀ ਚਿੱਠੀ ਵਿਖਾਈ, ਫਿਰ ਅੱਗੇ ਤੁਰ ਗਿਆ। ਤੋ ਇਸ ਤਰ੍ਹਾਂ ਕੀਤਾ ਜਾਂਦਾ ਸੀ। ਇਹਨੂੰ ਪਹੁੰਚਾ ਕਹਿੰਦੇ ਆ, ਇਹ ਸਾਹੀ ਚਿੱਠੀ ਨੂੰ ਪਹੁੰਚਾ ਕਿਹਾ ਜਾਂਦਾ ਹੈ। ਮਹਾਰਾਜ ਕਹਿੰਦੇ ਇਹ ਨਹੀਂ ਵੀ ਇਹ ਸੱਦੇ ਕੇਵਲ ਤੇਰੇ ਘਰ ਹੀ ਆ ਰਹੇ ਆ। ਮਹਾਰਾਜ ਕਹਿੰਦੇ ਘਰ ਘਰ ਇਹੋ ਪਹੁੰਚਾ, ਇਹ ਮੌਤ ਦੇ ਸੱਦੇ ਤਾਂ ਹਰ ਘਰ ਦੇ ਵਿੱਚ ਪਹੁੰਚ ਰਹੇ ਆ। ਸੱਦੜੇ ਨਿਤ ਪਵਨ, ਤੇ ਇਹ ਨਹੀਂ ਵੀ ਅੱਜ ਆ ਰਹੇ ਆ ਜਾਂ 2 ਦਿਨ ਬਾਅਦ ਆਉਂਦੇ ਆ, ਆਏ ਦਿਨ ਸੱਦੇ ਪੈ ਰਹੇ ਆ। ਤੁਸੀਂ ਵੇਖੋ ਆਏ ਦਿਨ ਕਿਤੇ ਨਾ ਕਿਤੇ ਕੋਈ ਨਾ ਕੋਈ ਮਰ ਰਿਹਾ ਹੈ, ਆਏ ਦਿਨ ਕਿਤੇ ਨਾ ਕਿਤੇ ਮੌਤ ਰੂਪੀ ਵਾਰ ਘਰ ਪਹੁੰਚ ਰਿਹਾ ਹੈ। ਮੌਤ ਦੇ ਸੱਦੇ ਪਹੁੰਚ ਰਹੇ ਆ, ਘਰ ਘਰ 'ਚ ਪਹੁੰਚ ਰਹੇ ਆ, ਨਿਤ ਪਹੁੰਚ ਰਹੇ ਆ। ਇਹ ਸਤਿਗੁਰੂ ਜੀ ਇੱਥੇ ਸਮਝਾਉਣਾ ਕਰਦੇ ਹਨ। ਸੱਦਣ ਹਾਰਾ ਸਿਮਰਿਐ, ਨਾਨਕ ਸੇ ਦੇਹ ਅਵੰਨ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਮੌਤ ਤਾਂ ਆ ਕੇ ਹੀ ਰਹਿਣੀ ਹੈ ਔਰ ਮੌਤ ਦੇ ਸੱਦੇ ਦਿੱਤੇ ਜਾ ਰਹੇ ਆ। ਇਸ ਕਰਕੇ ਭਾਈ ਜਿਹੜਾ ਪ੍ਰਮਾਤਮਾ ਸੱਦੇ ਦੇਣ ਵਾਲਾ ਹੈ, ਕਿਉਂਕਿ ਮੌਤ ਰੱਬ ਦੇ ਹੱਥ ਹੈ ਨਾ, ਜਿਹੜਾ ਮੌਤ ਦੇ ਸੱਦੇ ਦੇਣ ਵਾਲਾ ਪ੍ਰਮਾਤਮਾ ਹੈ, ਸੱਦਣਹਾਰਾ, ਉਹਨੂੰ ਸਿਮਰਨਾ ਕਰੀਏ। ਸੱਦਣਹਾਰਾ ਸਿਮਰੀਐ, ਨਾਨਕ ਸੇ ਦੇਹ ਆਵੰਨ। ਉਸ ਵਾਹਿਗੁਰੂ ਨੂੰ ਚੇਤੇ ਕਰਿਆ ਕਰੋ, ਕਿਉਂਕਿ ਸਾਡੇ ਦਿਨ ਵੀ ਨੇੜੇ ਆ ਰਹੇ ਆ। ਇਹ ਮਹਾਰਾਜ ਸਾਨੂੰ ਸਮਝਾਉਣ ਦਾ ਯਤਨ ਕਰ ਰਹੇ ਆ। ਅਸੀਂ ਗਿਆਨ ਦੇ ਤਲ 'ਤੇ ਸਾਰੇ ਕਹਿੰਦੇ ਆ ਮੌਤ ਆ ਜਾਣੀ ਹੈ, ਮਰ ਜਾਣਾ ਹੈ, ਪਰ ਜਿਸ ਦਿਨ ਸੱਚੀ ਵਿੱਚ ਸਾਨੂੰ ਅਹਿਸਾਸ ਹੋ ਗਿਆ ਨਾ ਵੀ ਪਤਾ ਨਹੀਂ ਅਗਲਾ ਸਾਹ ਆਉਣਾ ਹੈ ਕਿ ਨਹੀਂ ਆਉਣਾ, ਉਸ ਦਿਨ ਸਾਨੂੰ ਰੱਬ ਨਹੀਂ ਭੁੱਲੇਗਾ। ਅੱਜ ਰੱਬ ਭੁੱਲਿਆ ਹੈ ਕਿਉਂਕਿ ਮਨੁੱਖ ਇਹ ਸੋਚ ਕੇ ਜਿਉ ਰਿਹਾ ਹੈ ਕੋਈ ਗੱਲ ਨਹੀਂ, ਮੇਰਾ ਕੱਲ੍ਹ ਵੀ ਚੜ੍ਹੇਗਾ, ਅਤੇ ਕੱਲ੍ਹ ਦੀਆਂ ਪਲੈਨਿੰਗ ਕਰਕੇ ਫਿਰ ਇਹ ਕੱਲ੍ਹ 'ਤੇ ਹੀ ਗੱਲ ਲਿਜਾ ਰਿਹਾ। ਇਸ ਕਰਕੇ ਭਗਤ ਕਬੀਰ ਜੀ ਨੇ ਗੱਲ ਕਹੀ ਹੈ, ਕਾਲ ਕਰੰਤਹਿ ਅਬਹਿ ਕਰ, ਅਬ ਕਰਤਾ ਸੋਇ ਤਾਲ, ਪਾਛੈ ਕਛੂ ਨਾ ਹੋਏਗੋ ਜੋ ਸਰ ਪੇ ਆਵੇ ਕਾਲ। ਤੂੰ ਜੋ ਕੱਲ੍ਹ ਦੀ ਪਲੈਨਿੰਗ ਕਰ ਰਿਹਾ ਨਾ, ਉਹਨੂੰ ਅੱਜ ਕਰ, ਅੱਜ ਨਹੀਂ ਹੁਣੇ ਹੀ ਕਰ, ਕਿਉਂਕਿ ਕੋਈ ਪਤਾ ਨਹੀਂ ਅਗਲੇ ਸਵਾਸ ਦੇ ਨਾਲ ਹੀ ਕਾਲ ਆ ਜਾਵੇ, ਮੌਤ ਆ ਜਾਵੇ। ਇਸ ਕਰਕੇ ਮਹਾਰਾਜ ਸਾਨੂੰ ਇਹ ਸਮਝਾਉਣਾ ਕਰਦੇ ਨੇ, ਭਾਈ ਸਤ ਸੰਗਤ ਰੂਪੀ ਘਰ ਦੇ ਵਿੱਚ ਬੈਠ ਕੇ ਉਹਦੀ ਕੀਰਤੀ ਕਰਿਆ ਕਰ, ਅਤੇ ਸਤ ਸੰਗਤ ਤੋਂ ਉਹਦੀ ਯਾਦ ਦੀਆਂ, ਸਾਹਿਬ ਦੇ ਮੇਲ ਦੀਆਂ ਅਸੀਸਾਂ ਮੰਗਿਆ ਕਰ, ਕਿਉਂਕਿ ਮੌਤ ਦੇ ਸੱਦੇ ਨਿੱਤ ਪੈ ਰਹੇ ਆ। ਤੇਰੀ ਮੌਤ ਦਾ ਦਿਨ ਵੀ ਮੁਕਰਰ ਹੋ ਚੁੱਕਾ ਹੈ, ਕੋਈ ਪਤਾ ਨਹੀਂ ਕਦੋਂ ਮੌਤ ਆ ਜਾਣੀ ਹੈ। ਇਸ ਕਰਕੇ ਇਸ ਸਮੇਂ ਨੂੰ ਸੰਭਾਲ, ਵਾਹਿਗੁਰੂ ਨੂੰ ਚੇਤੇ ਕਰਿਆ ਕਰ, ਸਮਾਂ ਐਵੇਂ ਵਿਅਰਥ ਨਾ ਕਰ। ਤੋ ਇਸ ਇੱਕ ਸ਼ਬਦ ਦੀ ਵਿਚਾਰ ਹੀ ਅੱਜ ਹੋ ਸਕੀ ਹੈ। ਅਗਲੇ ਸ਼ਬਦ ਦੀ ਵਿਚਾਰ ਆਪਾਂ ਅਗਲੇ ਸਮਾਗਮ ਦੇ ਵਿੱਚ ਕਰਦੇ ਹਾਂ ਜੀ। ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਨੇ, ਸਤਿਗੁਰੂ ਬਖਸ਼ਿੰਦ ਹਨ, ਬਖਸ਼ ਲੈਣ। ਆਪ ਸੰਗਤਾਂ ਦੇ ਚਰਨਾਂ 'ਤੇ ਬੇਨਤੀ ਕਰਾਂਗਾ ਵੀ ਦੇਖੋ ਚਾਅ ਦੇ ਨਾਲ ਅਸੀਂ ਬਾਣੀ, ਨਿਤਨੇਮ ਔਰ ਸਿਮਰਨ ਦੇ ਵਿੱਚ ਜੁੜੀਏ। ਸਮਾਂ ਤਾਂ ਲੰਘ ਹੀ ਜਾਣਾ ਹੈ। ਹੁਣ ਜੇ ਬੈਠ ਹੀ ਗਏ ਆ ਸਤ ਸੰਗਤ ਦੇ ਵਿੱਚ, ਅਤੇ ਚੰਗਾ ਹੈ ਵੀ ਚਿੱਤ ਵੀ ਜੋੜ ਲਈਏ। ਸਮਾਂ ਤਾਂ ਉਲੰਘਣਾ ਹੀ ਹੈ, ਉਹ ਸਮਾਂ ਤਾਂ ਉਹਨਾਂ ਜਿੰਨਾ ਜਾਣਾ ਹੁਣ ਜਾਣਾ ਹੀ ਹੈ, ਅਤੇ ਜੇ ਹੁਣ ਸਰੀਰ ਬੈਠ ਗਿਆ ਚਿੱਤ ਵੀ ਜੋੜ ਲਿਆ ਕਰੀਏ। ਇਸ ਕਰਕੇ ਚਾਅ ਦੇ ਨਾਲ ਆਪਾਂ ਵਿਚਾਰਾਂ ਦੇ ਨਾਲ, ਬਾਣੀ ਦੇ ਨਾਲ, ਨਿਤਨੇਮ ਦੇ ਨਾਲ ਜੁੜਿਆ ਕਰੀਏ, ਤਾਂ ਕਿ ਇਸ ਸਮੇਂ ਨੂੰ ਅਸੀਂ ਲਾਹੇਵੰਦ ਕਰ ਸਕੀਏ। ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਆਓ ਆਖਰੀ 2 ਤੁਕਾਂ ਪੜ੍ਹ ਕੇ ਫਤਿਹ ਵਿੱਚ ਹਾਜ਼ਰੀ ਭਰੀਏ ਜੀ। ਘਰ ਘਰ ਇਹੋ ਪਾਹੁਚਾ, ਸੱਦੜੇ ਨਿਤ ਪਵਨ, ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹ ਆਵੰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।